ਸਤਿ ਸ਼੍ਰੀ ਅਕਾਲ ਸਟੂਡੈਂਟਸ। ਆਪਾਂ ਕਲਾਸੀਫਿਕੇਸ਼ਨ ਆਫ ਸਰਕਟ ਬ੍ਰੇਕਰ ਕਰ ਰਹੇ ਸੀ, ਜਿਹਦੇ ਵਿੱਚ ਆਪਾਂ ਬਲਕ ਆਇਲ ਸਰਕਟ ਬ੍ਰੇਕਰ ਤੇ ਮਿਨੀਮਮ ਆਇਲ ਸਰਕਟ ਬ੍ਰੇਕਰ ਜਿਹੜੇ ਸੀ ਨਾ ਦੋਨਾਂ ਨੂੰ ਸਟੱਡੀ ਕਰ ਲਿਆ ਸੀ ਆਪਾਂ। ਸੋ ਜਿਹੜਾ ਮਿਨੀਮਮ ਆਇਲ ਸਰਕਟ ਬ੍ਰੇਕਰ ਵੀ ਸੀਗਾ, ਉਹਦੇ ਵਿੱਚ ਵੀ ਆਪਾਂ ਨੂੰ ਕੀ ਸੀਗਾ, ਸਭ ਤੋਂ ਮੇਨ ਜਿਹੜਾ ਡਿਸਐਡਵਾਂਟੇਜ ਸੀਗਾ ਉਹ ਇਹ ਸੀਗਾ ਕਿ ਘੱਟ ਕੁਆਂਟੀਟੀ ਹੋਣ ਕਰਕੇ ਜਿਹੜਾ ਸੀਗਾ ਆਇਲ, ਉਹਦੇ ਕਰਕੇ ਕੀ ਸੀ, ਕਾਰਬਨਾਈਜੇਸ਼ਨ ਦੀ ਜਿਹੜੀ ਪ੍ਰੋਬਲਮ ਸੀ ਆਪਣੇ ਕੋਲ ਆ ਰਹੀ ਸੀਗੀ ਕਿ ਆਇਲ ਜਿਹੜਾ ਆ ਜ਼ਿਆਦਾ ਜਲਦੀ ਕਾਰਬਨਾਈਜ਼ ਹੋਊਗਾ, ਕਿਉਂਕਿ ਆਇਲ ਦੀ ਕੁਆਂਟੀਟੀ ਉੱਥੇ ਘੱਟ ਆ, ਅਤੇ ਜੇ ਉੱਥੇ ਕਾਰਬਨਾਈਜੇਸ਼ਨ ਜ਼ਿਆਦਾ ਹੋਊਗੀ ਤਾਂ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਆ ਉਹ ਰਿਡਿਊਸ ਹੋ ਜਾਣੀ ਹੈ ਮੇਰੇ ਜਿਹੜਾ ਆਇਲ ਆ ਉਹਦੀ। ਠੀਕ ਆ, ਉਸ ਤੋਂ ਇਲਾਵਾ ਦੇਖੋ ਆਇਲ ਫਿਰ ਵੀ ਆਪਣੇ ਕੋਲ ਉੱਥੇ ਆਪਾਂ ਯੂਜ਼ ਕਰ ਰਹੇ ਹਾਂ, ਆਇਲ ਯੂਜ਼ ਕਰਨ ਕਰਕੇ ਕੀ ਹੋਣਾ ਆ, ਉੱਥੇ ਜਿਹੜਾ ਆ ਅੱਗ ਲੱਗਣ ਦਾ ਖਤਰਾ ਫਿਰ ਵੀ ਮੇਰੇ ਕੋਲ ਹਜੇ ਵੀ ਉੱਥੇ ਅੱਗ ਲੱਗਣ ਦਾ ਖਤਰਾ ਹੈਗਾ। ਸੋ ਉਹ ਜਿਹੜੇ ਡਿਸਐਡਵਾਂਟੇਜ ਸੀਗੇ ਉਹਨਾਂ ਨੂੰ ਦੂਰ ਕਰਨ ਵਾਸਤੇ ਹੀ ਆਪਾਂ ਜਿਹੜਾ ਬਾਅਦ ਵਿੱਚ ਸਰਕਟ ਬ੍ਰੇਕਰ ਇੰਟਰੋਡਿਊਸ ਕੀਤਾ ਸੀ, ਉਹਦਾ ਨਾਮ ਸੀ 에ਅਰ ਬਲਾਸਟ ਸਰਕਟ ਬ੍ਰੇਕਰ। ਸੋ ਨਾਮ ਤੋਂ ਕੀ ਪਤਾ ਲੱਗਦਾ, 에ਅਰ ਬਲਾਸਟ ਸੀਗਾ। ਇਹ ਸਰਕਟ ਬ੍ਰੇਕਰ ਦੇ ਵਿੱਚ ਆਪਾਂ ਕੀ ਕਰਾਂਗੇ, 에ਅਰ ਦਾ ਬਲਾਸਟ ਕਰਾਂਗੇ ਜਾਂ 에ਅਰ ਦੇ ਬਲਾਸਟ ਨੂੰ ਯੂਜ਼ ਕਰਾਂਗੇ ਕੀ ਕਰਨ ਵਾਸਤੇ, ਆਰਕ ਨੂੰ ਕੁਇੰਚ ਕਰਨ ਵਾਸਤੇ ਜਾਂ ਆਰਕ ਨੂੰ ਖਤਮ ਕਰਨ ਵਾਸਤੇ। ਸੋ ਦੀਸ ਸਰਕਟ ਬ੍ਰੇਕਰ ਇੰਪਲੋਇਜ਼ ਆ ਹਾਈ ਪ੍ਰੈਸ਼ਰ 에ਅਰ ਬਲਾਸਟ ਐਜ਼ ਐਨ ਆਰਕ ਕੁਇੰਚਿੰਗ ਮੀਡੀਅਮ, ਯਾਨੀ ਕਿ ਆਰਕ ਨੂੰ ਖਤਮ ਕਰਨ ਵਾਸਤੇ ਹਾਈ ਪ੍ਰੈਸ਼ਰ 에ਅਰ ਬਲਾਸਟ ਆਪਾਂ ਕਰਦੇ ਹਾਂ। ਸੋ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਕੰਪਰੈਸਡ 에ਅਰ 18 ਤੋਂ 20 ਕਿਲੋਗ੍ਰਾਮ ਪਰ ਸੈਂਟੀਮੀਟਰ ਸਕੁਏਅਰ ਦੇ ਪ੍ਰੈਸ਼ਰ ਦੇ ਨਾਲ ਜਿਹੜਾ ਆ ਆਪਾਂ ਯੂਜ਼ ਕਰਦੇ ਹਾਂ। ਸੋ ਇਹਦੇ ਵਿੱਚ ਸੇਮ ਹੀ ਕੰਪਰੈਸ਼ਰ ਪਲਾਂਟ ਯੂਜ਼ ਹੁੰਦਾ, ਜਿੱਦਾਂ ਤੁਸੀਂ ਦੇਖਿਆ ਹੋਣਾ ਹਵਾ ਭਰਨ ਵਾਸਤੇ ਆਪਾਂ ਯੂਜ਼ ਕਰਦੇ ਹਾਂ ਨਾ ਟਾਇਰਸ ਦੇ ਵਿੱਚ। ਸੋ ਉਹਨਾਂ ਕੋਲ ਵੀ ਇੱਕ ਕੰਪਰੈਸ਼ਰ ਪਲਾਂਟ ਹੁੰਦਾ ਹੈ, ਇੱਕ ਪਾਈਪ ਹੁੰਦਾ, ਉਹ 'ਚੋਂ ਹਵਾ ਆਉਂਦੀ, ਉਹ ਹਵਾ ਦਾ ਬਲਾਸਟ ਜਿਹੜਾ ਹੁੰਦਾ ਉਹਦੇ ਨਾਲ ਆਪਾਂ ਕੀ ਕਰਦੇ ਹਾਂ, ਹਵਾ ਭਰ ਦਿੰਦੇ ਹਾਂ ਟਾਇਰ। ਸੋ ਸੇਮ ਹੀ ਕੰਪਰੈਸ਼ਰ ਪਲਾਂਟ ਆਪਾਂ ਇੱਥੇ ਵੀ ਹੀ ਯੂਜ਼ ਕਰਦੇ ਹਾਂ। ਸੋ ਦਾ ਕੰਟੈਕਟ ਆਰ ਓਪਨਡ ਇਨ ਫਲੋ ਆਫ 에ਅਰ ਬਲਾਸਟ ਇਸਟੈਬਲਿਸ਼ਡ ਬਾਈ ਓਪਨਿੰਗ ਆਫ ਬਲਾਸਟ ਵਾਲ, ਯਾਨੀ ਕਿ ਜਦੋਂ ਵੀ ਕੰਟੈਕਟ ਓਪਨ ਹੋਣੇ ਆ ਉਸ ਟਾਈਮ 'ਤੇ ਆਪਾਂ ਕੀ ਕਰਨਾ ਆ, ਜਿਹੜੇ ਆਪਣੇ 에ਅਰ ਦਾ ਉੱਥੇ ਬਲਾਸਟ ਕਰਵਾਉਣਾ, ਬਲਾਸਟ ਵਾਲਵ ਨੂੰ ਓਪਨ ਕਰਕੇ। ਸੋ 에ਅਰ ਦੇ ਬਲਾਸਟ ਦੇ ਨਾਲ ਕੀ ਹੋਣਾ, ਆਰਕ ਜਿਹੜੀ ਆਪਣੀ ਆਰਕ ਉੱਥੇ ਪ੍ਰੋਡਿਊਸ ਹੋਈ ਆ ਉਹ ਆਪਣੇ ਆਪ ਹੀ ਕੀ ਹੋਣਾ ਆ, ਉੱਥੇ ਖਤਮ ਹੋ ਜਾਣੀ ਆ, ਸਵੀਪ ਅਵੇ ਹੋ ਜਾਣੀ ਆ, ਅਤੇ ਜਿਹੜਾ ਮੇਰਾ ਆਰਕ ਆ ਉਹ ਉੱਥੇ ਕੀ ਹੋਣਾ, ਬਣਨ ਤੋਂ ਰੁਕ ਜਾਣੀ ਆ। ਨੈਕਸਟ ਦਾ ਕਹਿੰਦਾ ਦਾ ਰੈਪਿਡ ਇਨਕਰੀਜ਼ the dielectric strength of medium between contact and prevent the re-establishment of arc। ਠੀਕ ਆ, ਯਾਨੀ ਕਿ ਆਪਣਾ ਜਿਹੜਾ ਆ ਜਦੋਂ ਆਪਾਂ ਰੈਪਿਡ, ਇਹ ਕੀ ਕਰਦਾ, ਜਿਹੜਾ 에ਅਰ ਦਾ ਬਲਾਸਟ ਹੁੰਦਾ ਇਹ ਨਾ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਹੁੰਦੀ ਆ ਮੀਡੀਅਮ ਦੀ, ਉਹਨੂੰ ਰੈਪਿਡਲੀ ਯਾਨੀ ਕਿ ਇੱਕਦਮ ਇਨਕਰੀਜ਼ ਕਰ ਦਿੰਦਾ। ਠੀਕ ਆ, ਅਤੇ ਜਿਹੜੀ ਆਰਕ ਨੂੰ ਰੀਸਟੈਬਲਿਸ਼ ਹੋਣ ਤੋਂ ਵੀ ਰੋਕਦਾ, ਰੀਇਸਟੈਬਲਿਸ਼ ਮਤਲਬ ਕਿ ਦੁਬਾਰਾ ਬਣਨ ਤੋਂ ਵੀ ਰੋਕਦਾ, ਯਾਨੀ ਕਿ ਰੀਸਟਰਾਈਕ ਹੋਣ ਤੋਂ ਵੀ ਰੋਕਦਾ, ਬਿਕੋਜ਼ ਆਪਾਂ ਉੱਥੇ ਇੱਕਦਮ ਬਲਾਸਟ ਕਰਤਾ ਨਾ 에ਅਰ ਦਾ, ਉਹਦੇ ਕਰਕੇ ਕੀ ਹੋਇਆ, ਬਲਾਸਟ ਦੇ ਨਾਲ ਜਿਹੜਾ ਆਇਓਨਾਈਜ਼ਡ ਮੀਡੀਅਮ ਸੀਗਾ ਉਹ ਡੀ ਆਇਓਨਾਈਜ਼ ਜਿਹੜਾ ਆ ਉਨੀ ਹੀ ਜਲਦੀ ਹੋਊਗਾ, ਜਿਹਦੇ ਕਰਕੇ ਜਿਹੜੀ ਆਰਕ ਆ ਮੇਰੀ ਉਹ ਖਤਮ ਹੋ ਜਾਣੀ ਆ ਅਤੇ ਕਰੰਟ ਦਾ ਫਲੋ ਜਿਹੜਾ ਆ ਉਹ ਰੁਕ ਜਾਣਾ। ਸੋ ਇਹਦੇ 에ਅਰ ਬਲਾਸਟ ਸਰਕਟ ਬ੍ਰੇਕਰ ਦੇ ਪਹਿਲਾਂ ਆਪਾਂ ਐਡਵਾਂਟੇਜ ਡਿਸਐਡਵਾਂਟੇਜ ਪੜ੍ਹਦੇ ਹਾਂ, ਉਸ ਤੋਂ ਬਾਅਦ 'ਚ ਆਪਾਂ ਨਾ ਇਹਦੇ ਸਟੱਡੀ ਕਰਾਂਗੇ ਵੀ ਕਿਹੜੇ ਕਿਹੜੇ ਤਰੀਕਿਆਂ ਨਾਲ ਆਪਾਂ ਜਿਹੜਾ 에ਅਰ ਦਾ ਬਲਾਸਟ ਕਰਵਾਉਂਦੇ ਹਾਂ, ਕਿਉਂਕਿ 3 ਤਰੀਕੇ ਹੁੰਦੇ ਜਿਨ੍ਹਾਂ ਦੇ ਨਾਲ ਆਪਾਂ 에ਅਰ ਦਾ ਬਲਾਸਟ ਕਰਵਾਉਂਦੇ। ਸਭ ਤੋਂ ਪਹਿਲਾ ਐਡਵਾਂਟੇਜ ਆਪਣੇ ਕੋਲ ਇਹ ਆ ਕਿ ਇਹਦੇ ਵਿੱਚ ਜਿਹੜਾ ਅੱਗ ਲੱਗਣ ਦਾ ਖਤਰਾ ਹੁੰਦਾ ਨਾ, ਜਿਹੜਾ ਕਿ ਬਲਕ ਆਇਲ ਚਾਹੇ ਮਿਨੀਮਮ ਆਇਲ ਦੋਨਾਂ ਦੇ ਵਿੱਚ ਸੀਗਾ ਕਿ ਰਿਸਕ ਆਫ ਫਾਇਰ ਸੀਗਾ ਉੱਥੇ। ਸੋ 에ਅਰ ਬਲਾਸਟ ਸਰਕਟ ਬ੍ਰੇਕਰ ਦੇ ਵਿੱਚ ਉਹ ਜਿਹੜਾ ਅੱਗ ਲੱਗਣ ਦਾ ਖਤਰਾ ਹੈ ਉਹ ਆਪਣੇ ਕੋਲ ਕੀ ਆ, ਖਤਮ ਹੋ ਗਿਆ, ਕਿਉਂਕਿ ਕਿਸੇ ਵੀ ਤਰ੍ਹਾਂ ਦੀ ਆਪਾਂ ਇੱਥੇ ਜਿਹੜਾ ਆ ਇਨਫਲੇਮੇਬਲ ਮਟੀਰੀਅਲ ਜਿਹੜਾ ਆ ਉਹਨੂੰ ਨਹੀਂ ਯੂਜ਼ ਕਰ ਰਹੇ। ਨੈਕਸਟ ਮੇਰੇ ਕੋਲ ਆ ਜਾਂਦਾ ਐਡਵਾਂਟੇਜ ਦਾ ਆਰਕਿੰਗ ਪ੍ਰੋਡਕਟ ਆਰ ਕੰਪਲੀਟਲੀ ਰਿਮੂਵਡ ਬਾਏ ਦ ਬਲਾਸਟ, whereas the oil deteriorates with successive operation, the expense of regular oil replacement is avoided। ਮੀਨਸ ਕਿ ਜਿੱਦਾਂ ਆਇਲ ਸਰਕਟ ਬ੍ਰੇਕਰ ਦੇ ਵਿੱਚ ਕੀ ਸੀਗਾ ਕਿ ਜਿੰਨੀ ਵਾਰ ਵੀ ਆਪਾਂ ਉਹਨੂੰ ਯੂਜ਼ ਕਰਦੇ ਹਾਂ, ਯਾਨੀ ਕਿ ਸਕਸੈਸਿਵ ਓਪਰੇਸ਼ਨ ਜਿਹੜੇ ਆ ਉਹਦੇ ਹੁੰਦੇ ਆ, ਯਾਨੀ ਕਿ ਜਿੰਨੀ ਵਾਰ ਵੀ ਉਹਨੂੰ ਆਪਾਂ ਵਾਰੀ ਟਾਈਮ ਟੂ ਟਾਈਮ ਆਪਾਂ ਯੂਜ਼ ਕਰਦੇ ਹਾਂ, ਜਿੰਨੀ ਵਾਰ ਵੀ ਟ੍ਰਿਪਿੰਗ ਆਈ ਉਨੀ ਵਾਰੀ ਜਿਹੜਾ ਆਇਲ ਹੁੰਦਾ ਉਹ ਕੀ ਹੋਣਾ, ਡਿਟੀਰੀਓਰੇਟ ਹੋਣਾ, ਯਾਨੀ ਕਿ ਖਰਾਬ ਹੋਈ ਜਾਣਾ। 10 ਵਾਰ ਹੋਇਆ ਤਾਂ 10 ਵਾਰੀ ਕੀ ਹੋਣਾ, ਉੱਥੇ ਗੈਸ ਪ੍ਰੋਡਿਊਸ ਹੋਣੀ ਆ। ਸੋ ਆਇਲ ਜਿਹੜਾ ਆ ਨਾ ਉੱਥੇ ਜਲਦੀ ਖਰਾਬ ਹੋ ਜਾਂਦਾ। ਆਇਲ ਜਿਹੜਾ ਆ ਜਿਹਨੂੰ ਆਪਾਂ ਆਰਕ ਕੁਇੰਚਿੰਗ ਮੀਡੀਅਮ ਦੀ ਤਰ੍ਹਾਂ ਯੂਜ਼ ਕਰਦੇ ਹਾਂ, ਉਹ ਕੀ ਹੁੰਦਾ, ਜਲਦੀ ਖਰਾਬ ਹੋ ਜਾਂਦਾ। ਸੋ ਉਹਨੂੰ ਬਾਰ ਆਪਾਂ ਨੂੰ ਕੀ ਹੈ, ਰੈਗੂਲਰਲੀ ਆਇਲ ਨੂੰ ਜਿਹੜਾ ਰੀਪਲੇਸ ਕਰਨਾ ਪੈਂਦਾ। ਬਟ 에ਅਰ ਬਲਾਸਟ ਸਰਕਟ ਬ੍ਰੇਕਰ ਦੇ ਵਿੱਚ ਕੀ ਆ, ਇੱਦਾਂ ਦਾ ਕੁਛ ਨਹੀਂ ਹੁੰਦਾ। ਇਹਦੇ ਵਿੱਚ ਆਪਾਂ ਸਿੰਪਲੀ ਜਿਹੜੀ ਆ 에ਅਰ ਹੀ ਹੁੰਦੀ ਆ, ਜਿਹੜੀ ਹਵਾ ਆਪਾਂ ਨੋਰਮਲੀ ਜਿਹੜੀ ਆ ਹਵਾ ਇਨਵਾਇਰਮੈਂਟ 'ਚ ਆਪਣੇ ਹੁੰਦੀ ਆ, ਉਹਨੂੰ ਆਪਾਂ ਕੀ ਆ ਕੰਪਰੈਸ ਕਰਕੇ ਅੱਗੇ ਭੇਜਣਾ ਹੁੰਦਾ। ਇਸ ਕਰਕੇ ਆਪਣਾ ਜਿਹੜਾ ਬਾਰ ਆਇਲ ਨੂੰ ਬਦਲਣ ਦਾ ਜਿਹੜਾ ਝੰਜਟ ਆ ਨਾ, ਉਹ ਵੀ ਆਪਣਾ ਇਸ ਸਰਕਟ ਬ੍ਰੇਕਰ ਦੇ ਵਿੱਚ ਖਤਮ ਹੋ ਜਾਂਦਾ, ਕਿਉਂਕਿ ਆਪਾਂ ਇਹਦੇ ਵਿੱਚ 에ਅਰ ਹੀ ਨੋਰਮਲ ਆਪਾਂ ਯੂਜ਼ ਕਰਦੇ ਹਾਂ। ਨੈਕਸਟ ਐਡਵਾਂਟੇਜ ਕੀ ਆ, the growth of dielectric strength is so rapid that the final contact gap needed for arc extinction is very small। this reduces the size of device। ਯਾਨੀ ਕਿ ਆਪਣੇ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਆ ਮੀਡੀਅਮ ਦੀ,
ਇੰਨੀ ਰੈਪਿਡਲੀ ਇਨਕਰੀਜ਼ ਹੁੰਦੀ ਆ ਕਿ ਜੇ ਆਪਾਂ ਕੰਟੈਕਟ ਨੂੰ ਘੱਟ ਵੀ ਓਪਨ ਕਰਾਂਗੇ ਨਾ ਤਾਂ ਵੀ ਆਪਾਂ ਉੱਥੇ ਆਰਕ ਨੂੰ ਖ਼ਤਮ ਕਰ ਸਕਦੇ ਹਾਂ। ਵੈਸੇ ਤਾਂ ਜਿਹੜਾ ਬਲਕ ਆਇਲ ਸੀਗਾ ਜਾਂ ਮਿਨੀਮਮ ਆਇਲ ਸੀ ਉਹਦੇ ਵਿੱਚ ਕੀ ਸੀ, ਆਪਾਂ ਲੈਂਥਨਿੰਗ ਦਾ ਆਰਕ ਵਾਲਾ ਜਿਹੜਾ ਫਿਨੋਮੀਨਾ ਸੀ, ਯਾਨੀ ਕਿ ਆਰਕ ਦੀ ਲੈਂਥ ਨੂੰ ਇਨਕਰੀਜ਼ ਕਰਨਾ, ਉਹ ਫਿਨੋਮੀਨਾ ਨੂੰ ਆਪਾਂ ਯੂਜ਼ ਕੀਤਾ ਸੀਗਾ ਕਿ ਆਪਾਂ ਕੰਟੈਕਟ ਜਿਹੜਾ ਉਹਨਾਂ ਦੋਨਾਂ ਦੇ ਵਿੱਚ ਗੈਪ ਹੀ ਇੰਨਾ ਕੁ ਜ਼ਿਆਦਾ ਵਧਾ ਦਈਏ ਕਿ ਆਰਕ ਜਿਹੜੀ ਆ ਉੱਥੇ ਪ੍ਰੋਡਿਊਸ ਨਾ ਹੋਵੇ। ਬਟ ਇਸ ਮੈਥਡ ਦੇ ਵਿੱਚ ਕੀ ਆ ਵੀ ਡਾਇਲੈਕਟ੍ਰਿਕ ਸਟਰੈਂਥ ਉਹ ਕਹਿੰਦਾ ਵੀ ਏਅਰ ਦੀ ਇੰਨੀ ਕੁ ਜ਼ਿਆਦਾ ਜਾਂ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਆ ਮੀਡੀਅਮ ਦੀ ਇੰਨੀ ਕੁ ਜ਼ਿਆਦਾ ਵੱਧ ਜਾਂਦੀ ਹੈ ਨਾ ਕਿ ਆਪਾਂ ਜੇ ਕੰਟੈਕਟ ਨੂੰ ਘੱਟ ਵੀ ਖੋਲਾਂਗੇ ਤਾਂ ਵੀ ਉੱਥੇ ਆਰਕ ਜਿਹੜੀ ਆ ਨਾ ਉਹਨੂੰ ਆਪਾਂ ਖ਼ਤਮ ਕਰ ਸਕਦੇ ਹਾਂ। ਸੋ ਕੰਟੈਕਟ ਨੂੰ ਜੇ ਆਪਾਂ ਘੱਟ ਓਪਨ ਕਰਾਂਗੇ ਤਾਂ ਕੀ ਹੋਣਾ, ਆਪਣਾ ਜਿਹੜਾ ਓਵਰਆਲ ਸਾਈਜ਼ ਹੈ ਡਿਵਾਈਸ ਦਾ ਉਹ ਕੀ ਹੋਣਾ, ਛੋਟਾ ਹੋ ਜਾਣਾ। ਸੋ ਇਹ ਚੀਜ਼ ਮੈਂ ਤੁਹਾਨੂੰ ਸ਼ਾਇਦ ਪਹਿਲਾਂ ਵੀ ਦੱਸੀ ਸੀ ਜਦੋਂ ਆਪਾਂ ਆਰਕ ਐਕਸਟਿੰਕਸ਼ਨ ਦੇ ਮੈਥਡ ਪੜ੍ਹ ਰਹੇ ਸੀਗੇ ਕਿ ਜਿਹੜਾ ਲੈਂਥਨਿੰਗ ਆਫ ਆਰਕ ਆ ਨਾ ਉਸ ਕੇਸ ਦੇ ਵਿੱਚ ਕੀ ਹੁੰਦਾ ਜਾਂ ਉਹ ਮੈਥਡ ਨੂੰ ਜਦੋਂ ਆਪਾਂ ਇੰਪਲੋਏ ਕਰਦੇ ਹਾਂ ਤਾਂ ਸਰਕਟ ਬ੍ਰੇਕਰ ਦਾ ਸਾਈਜ਼ ਜਿਹੜਾ ਹੁੰਦਾ ਇਨਕਰੀਜ਼ ਹੋ ਜਾਂਦਾ। ਬਟ ਇੱਥੇ ਉਹ ਮੈਥਡ ਨਹੀਂ ਆਪਾਂ ਯੂਜ਼ ਕਰਦੇ, ਇੱਥੇ ਕੰਟੈਕਟ ਨੂੰ ਘੱਟ ਵੀ ਓਪਨ ਕਰਾਂਗੇ ਤਾਂ ਵੀ ਆਪਣੇ ਕੋਲ ਕੀ ਆ ਡਾਇਲੈਕਟ੍ਰਿਕ ਸਟਰੈਂਥ ਵਧੀਆ ਮਿਲ ਰਹੀ ਆ ਮੀਡੀਅਮ ਨੂੰ। ਇਸ ਕਰਕੇ ਆਪਾਂ ਛੋਟੇ ਸਾਈਜ਼ ਇਹ ਜਿਹੜੇ ਸਰਕਟ ਬ੍ਰੇਕਰ ਹੁੰਦੇ ਆ ਨਾ ਇਹ ਛੋਟੇ ਸਾਈਜ਼ ਦੇ ਹੁੰਦੇ ਆ ਕਿਉਂਕਿ ਕੰਟੈਕਟ ਘੱਟ ਵੀ ਖੁੱਲਣਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ। ਨੈਕਸਟ ਐਡਵਾਂਟੇਜ ਆ the arcing time is very small due to rapid build of dielectric strength between contact, therefore the arc energy is only a fraction of that in oil circuit breaker, thus result in less burning of contact। ਯਾਨੀ ਕਿ ਜਿਹੜਾ ਆਪਣਾ ਆਰਕਿੰਗ ਦਾ ਟਾਈਮ ਹੁੰਦਾ ਯਾਨੀ ਕਿ ਜਿਸ ਟਾਈਮ ਤੇ ਆਰਕ ਪ੍ਰੋਡਿਊਸ ਹੋਣੀ ਆ ਉਹ ਬਹੁਤ ਹੀ ਘੱਟ ਟਾਈਮ ਰਹਿ ਜਾਂਦਾ ਕਿਉਂਕਿ ਇਹਦੀ ਡਾਇਲੈਕਟ੍ਰਿਕ ਸਟਰੈਂਥ ਹੀ ਕੰਟੈਕਟ ਦੀ ਇੰਨੀ ਜ਼ਿਆਦਾ ਬਣ ਜਾਂਦੀ ਹੈ। ਏਅਰ ਦਾ ਬਲਾਸਟ ਜਿਹੜਾ ਕਰਨਾ ਆਪਾਂ ਜਾਂ ਏਅਰ ਕੰਟੈਕਟ ਦੇ ਉੱਪਰ ਆਪਾਂ ਇੰਨੀ ਤੇਜ਼ੀ ਦੇ ਨਾਲ ਛੱਡਦੇ ਆ ਨਾ ਕਿ ਆਰਕਿੰਗ ਟਾਈਮ ਬਹੁਤ ਹੀ ਘੱਟ ਰਹਿ ਜਾਂਦਾ ਹੈ। ਯਾਨੀ ਕਿ ਆਰਕਿੰਗ ਟਾਈਮ ਹੁੰਦਾ ਵੀ ਕਿੰਨੇ ਟਾਈਮ 'ਚ ਆਪਣੀ ਆਰਕ ਪ੍ਰੋਡਿਊਸ ਹੁੰਦੀ ਆ। ਸੋ ਉਹ ਆਰਕਿੰਗ ਟਾਈਮ ਇੰਨਾ ਕੁ ਘੱਟ ਗਿਆ ਕਿ ਉੱਥੇ ਆਪਣੇ ਕੀ ਆ ਆਰਕ ਜਿਹੜੀ ਆ ਪ੍ਰੋਡਿਊਸ ਹੋਣੀ ਨਹੀਂ, ਹਜੇ ਹੋਈ ਵੀ ਤਾਂ ਬਹੁਤ ਘੱਟ ਪ੍ਰੋਡਿਊਸ ਹੋਊਗੀ ਅਤੇ ਜਲਦੀ ਕੀ ਆ ਉਹ ਖ਼ਤਮ ਹੋ ਜੂਗੀ। ਠੀਕ ਆ, ਸੋ ਉਹ ਕਿਉਂ ਘੱਟ ਹੋਊਗੀ ਕਿਉਂਕਿ ਉੱਥੇ ਕੀ ਆ ਇੱਕਦਮ ਹੀ ਜਿਹੜਾ ਆ ਆਪਣੀ ਡਾਇਲੈਕਟ੍ਰਿਕ ਸਟਰੈਂਥ ਜਿਹੜਾ ਮੀਡੀਅਮ ਆ ਉੱਥੇ ਕੰਟੈਕਟ ਦਾ ਮੀਡੀਅਮ ਆ ਜਿਹੜਾ ਜਾਂ ਦੋ ਕੰਟੈਕਟ ਦੇ ਵਿੱਚ ਜਿਹੜਾ ਗੈਪ ਆ ਉਹ ਜਿਹੜਾ ਮੀਡੀਅਮ ਆ ਉੱਥੇ ਡਾਇਲੈਕਟ੍ਰਿਕ ਸਟਰੈਂਥ ਇੰਨੀ ਕੁ ਇਨਕਰੀਜ਼ ਹੋ ਜਾਣੀ ਕਿ ਆਰਕਿੰਗ ਟਾਈਮ ਰਹਿ ਨਹੀਂ ਜਾਣਾ, ਬਹੁਤ ਘੱਟ ਰਹਿ ਜਾਣਾ। ਠੀਕ ਆ, ਇਸ ਕਰਕੇ ਉੱਥੇ ਕੀ ਆ ਜਿਹੜਾ ਮੇਰਾ ਕੰਟੈਕਟ ਆ ਉਹਨਾਂ ਦੀ ਬਰਨਿੰਗ ਵੀ ਘੱਟ ਹੋਣੀ, ਆਪਾਂ ਨੂੰ ਬਾਰ-ਬਾਰ ਜਿਹੜੇ ਆ ਕੰਟੈਕਟ ਚੇਂਜ ਕਰਨ ਦੀ ਲੋੜ ਨਹੀਂ ਪੈਣੀ। ਨੈਕਸਟ ਐਡਵਾਂਟੇਜ ਮੇਰੇ ਕੋਲ ਆ ਜਾਂਦਾ ਡਿਊ ਟੂ ਲੈਸਰ ਆਰਕ ਐਨਰਜੀ ਏਅਰ ਬਲਾਸਟ ਸਰਕਟ ਬ੍ਰੇਕਰ ਆਰ ਵੈਰੀ ਸੁਟੇਬਲ ਫॉर ਕੰਡੀਸ਼ਨਸ ਵੇਅਰ ਫਰੀਕੁਐਂਟ ਆਪਰੇਸ਼ਨ ਇਜ਼ ਰਿਕੁਆਇਰ। ਯਾਨੀ ਕਿ ਜਿੱਥੇ ਬਹੁਤ ਜਲਦੀ ਆਪਾਂ ਕੰਟੈਕਟ ਨੂੰ ਓਪਨ ਕਰਨਾ ਚਾਹੁੰਦੇ ਆ ਜਾਂ ਬਹੁਤ ਜਲਦੀ ਕਲੋਜ਼ ਕਰਨਾ ਚਾਹੁੰਦੇ ਆ ਜਾਂ ਸਰਕਟ ਸ਼ਾਰਟ ਟਾਈਮ ਦੀ ਰੇਟਿੰਗ ਵੀ ਜਿੱਥੇ ਆਪਾਂ ਨੂੰ ਜ਼ਿਆਦਾ ਚਾਹੀਦੀ ਆ ਉੱਥੇ ਆਪਾਂ ਕੀ ਆ ਏਅਰ ਬਲਾਸਟ ਸਰਕਟ ਬ੍ਰੇਕਰ ਨੂੰ ਇੰਪਲੋਏ ਕਰ ਸਕਦੇ ਕਿਉਂਕਿ ਆਰਕ ਐਨਰਜੀ ਜਿਹੜੀ ਹੁੰਦੀ ਆ ਘੱਟ ਹੁੰਦੀ ਹੈ, ਯਾਨੀ ਕਿ ਆਰਕ ਇੱਥੇ ਇੰਨੀ ਜ਼ਿਆਦਾ ਨਹੀਂ ਪ੍ਰੋਡਿਊਸ ਹੁੰਦੀ ਏਅਰ ਬਲਾਸਟ ਦੇ ਕਰਕੇ। ਸੋ ਉੱਥੇ ਕੀ ਆ ਜਿੱਥੇ ਫਰੀਕੁਐਂਟ ਆਪਾਂ ਨੂੰ ਆਪਰੇਸ਼ਨਸ ਚਾਹੀਦੇ ਉੱਥੇ ਏਅਰ ਬਲਾਸਟ ਸਰਕਟ ਬ੍ਰੇਕਰ ਜਿਹੜਾ ਬਹੁਤ ਸੁਟੇਬਲੀ ਕੰਮ ਕਰ ਸਕਦਾ। ਨੈਕਸਟ ਆਪਣੇ ਕੋਲ ਐਡਵਾਂਟੇਜ ਆ ਜਾਂਦਾ ਦ ਐਨਰਜੀ ਸਪਲਾਈਡ ਫॉर ਆਰਕ ਐਕਸਟਿੰਕਸ਼ਨ ਇਜ਼ ਓਬਟੇਨਡ ਫਰੋਮ ਹਾਈ ਪ੍ਰੈਸ਼ਰ ਏਅਰ ਐਂਡ ਇਜ਼ ਇੰਡੀਪੈਂਡੈਂਟ ਆਫ ਦ ਕਰੰਟ ਟੂ ਬੀ ਇੰਟਰਪਟਡ। ਯਾਨੀ ਕਿ ਇੱਕ ਐਡਵਾਂਟੇਜ ਇਹਦਾ ਕਹਿੰਦਾ ਇਹ ਵੀ ਹੈਗਾ ਆ ਕਿ ਕਰੰਟ ਚਾਹੇ ਜਿੰਨਾ ਮਰਜ਼ੀ ਹੋਵੇ ਜਿਹੜਾ ਆਪਾਂ ਆਰਕ ਐਕਸਟਿੰਕਸ਼ਨ ਨੂੰ ਅਬਟੇਨ ਕਰਨਾ ਉਹ ਹਾਈ ਪ੍ਰੈਸ਼ਰ ਤੋਂ ਕਰਨਾ, ਇਸ ਕਰਕੇ ਕਰੰਟ 'ਤੇ ਡਿਪੈਂਡ ਨਹੀਂ ਕਰਦਾ ਕੁਛ ਵੀ ਇਹਦੇ ਵਿੱਚ। ਠੀਕ ਹੈ, ਕਰੰਟ ਚਾਹੇ ਜਿੰਨਾ ਮਰਜ਼ੀ ਹੋਵੇ ਉਹਦੇ ਉੱਪਰ ਕੋਈ ਜਿਹੜਾ ਆਪਣਾ ਨਹੀਂ ਡਿਪੈਂਡ ਕਰੂਗੀ ਕੋਈ ਵੀ ਚੀਜ਼ ਆਪਣਾ ਜਿਹੜੀ, ਕਿਉਂਕਿ ਆਪਾਂ ਆਰਕ ਨੂੰ ਖਤਮ ਕਰਨਾ ਉਹ ਤਾਂ ਹਾਈ ਪ੍ਰੈਸ਼ਰ ਏਅਰ ਦੇ ਨਾਲ ਕਰਨਾ। ਹੁਣ ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਬਲਕ ਆਇਲ ਸਰਕਟ ਬ੍ਰੇਕਰ ਦੀ ਐਗਜ਼ਾਮਪਲ ਲਓ, ਬਲਕ ਆਇਲ ਸਰਕਟ ਬ੍ਰੇਕਰ ਦੇ ਵਿੱਚ ਕੀ ਸੀਗਾ ਕਿ ਜਿੰਨੀ ਜ਼ਿਆਦਾ ਵੋਲਟੇਜ ਜਿੰਨਾ ਜ਼ਿਆਦਾ ਕਰੰਟ ਸੀਗਾ ਉਨਾ ਹੀ ਜ਼ਿਆਦਾ ਕੀ ਆ ਵੱਡਾ ਆਪਾਂ ਨੂੰ ਸਰਕਟ ਬ੍ਰੇਕਰ ਬਣਾਉਣਾ ਪੈਂਦਾ ਸੀ। ਬਟ ਹੁਣ ਏਅਰ ਬਲਾਸਟ ਸਰਕਟ ਬ੍ਰੇਕਰ ਜਿਹੜਾ ਆ ਉਹ ਕਰੰਟ ਦੇ ਇੰਡੀਪੈਂਡੈਂਟ ਆ। ਠੀਕ ਹੈ, ਕਰੰਟ ਚਾਹੇ ਜਿੰਨਾ ਮਰਜ਼ੀ ਹੋਵੇ ਆਪਾਂ ਨੂੰ ਸਰਕਟ ਬ੍ਰੇਕਰ ਦੇ ਕੰਟੈਕਟ ਜਿਹੜੇ ਆ ਉਹਨਾਂ ਨੂੰ ਜ਼ਿਆਦਾ ਖੋਲ੍ਹਣ ਦੀ ਜਾਂ ਜ਼ਿਆਦਾ ਸਰਕਟ ਬ੍ਰੇਕਰ ਨੂੰ ਵੱਡਾ ਬਣਾਉਣ ਦੀ ਲੋੜ ਨਹੀਂ ਆ ਕਿਉਂਕਿ ਆਰਕ ਐਕਸਟਿੰਕਸ਼ਨ ਜਿਹੜੀ ਆਪਾਂ ਹਾਈ ਪ੍ਰੈਸ਼ਰ ਏਅਰ ਤੋਂ ਹੀ ਓਬਟੇਨ ਕਰਨੀ ਆ। ਸੋ ਭਾਵੇਂ ਮੇਰੇ ਕੋਲ 10 ਐਂਪੀਅਰ ਦਾ ਸਰਕਟ ਬ੍ਰੇਕਰ ਹੋਵੇ ਚਾਹੇ ਉਹ ਮੇਰੇ ਤੋਂ 10,000 ਐਂਪੀਅਰ ਦਾ ਸਰਕਟ ਬ੍ਰੇਕਰ ਹੋਵੇ, ਜਿਹੜੀ ਉੱਥੇ ਆਪਾਂ ਆਰਕ ਨੂੰ ਖ਼ਤਮ ਕਰਨਾ ਉਹ ਹਾਈ ਪ੍ਰੈਸ਼ਰ ਏਅਰ ਦੇ ਨਾਲ ਹੀ ਆਪਾਂ ਖ਼ਤਮ ਕਰਨਾ। ਇਸ ਕਰਕੇ ਜਿਹੜੀ ਐਨਰਜੀ ਸਪਲਾਈਡ ਹੁੰਦੀ ਆ ਉਹ ਕੀ ਆ ਆਪਣੇ ਕੋਲ ਹਾਈ ਪ੍ਰੈਸ਼ਰ ਏਅਰ ਆ, ਇਸ ਕਰਕੇ ਜਿਹੜਾ ਕਰੰਟ ਇੰਟਰਪਟ ਕਰਨਾ ਉਹ ਤੋਂ ਇੰਡੀਪੈਂਡੈਂਟ ਹੋ ਜਾਂਦੀ ਆ ਆਪਣੀ। ਜਿਹੜਾ ਏਅਰ ਬਲਾਸਟ ਸਰਕਟ ਬ੍ਰੇਕਰ ਆ ਇਹਦੇ ਵੀ ਆਪਣੇ ਕੋਲ ਕੁਛ ਨਾ ਕੁਛ ਜਿਹੜੇ ਆ ਡਿਸਐਡਵਾਂਟੇਜ ਆ ਜਾਂਦੇ ਆ। ਸੋ ਸਭ ਤੋਂ ਫਸਟ ਡਿਸਐਡਵਾਂਟੇਜ ਇਹ ਹੈ ਕਿ ਦਾ ਏਅਰ ਹੈਜ਼ ਰਿਲੇਟਿਵਲੀ ਇਨਫੀਰੀਅਰ ਆਰਕ ਐਕਸਟਿੰਕਸ਼ਨ ਪ੍ਰੋਪਰਟੀਜ਼। ਯਾਨੀ ਕਿ ਦੇਖੋ ਜਿੱਦਾਂ ਵੀ ਆਪਾਂ ਯੂਜ਼ ਤਾਂ ਏਅਰ ਹੀ ਕਰ ਰਹੇ ਹਾਂ ਨਾ ਆਰਕ ਨੂੰ ਐਕਸਟਿੰਗੁਇਸ਼ ਕਰਨ ਵਾਸਤੇ, ਜਿੱਦਾਂ ਆਇਲ ਸੀਗਾ ਆਇਲ ਦੀ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਆ ਉਹ ਥੋੜ੍ਹੀ ਵੱਧ ਹੁੰਦੀ ਆ ਐਜ਼ ਕੰਪੇਅਰ ਟੂ ਏਅਰ। ਬਟ ਇੱਥੇ ਕੀ ਆਪਾਂ ਯੂਜ਼ ਤਾਂ ਏਅਰ ਹੀ ਕਰ ਰਹੇ ਚਾਹੇ ਆਪਾਂ ਏਅਰ ਦਾ ਬਲਾਸਟ ਕਰ ਰਹੇ ਹਾਂ। ਸੋ ਜਿਹੜੀ ਏਅਰ ਦੀਆਂ ਡਾਇਲੈਕਟ੍ਰਿਕ ਸਟਰੈਂਥ ਹੁੰਦੀ ਹੈ ਜਾਂ ਆਰਕ ਨੂੰ ਖਤਮ ਕਰਨ ਦੀ ਕਹਿੰਦਾ ਪ੍ਰੋਪਰਟੀ ਹੁੰਦੀ ਆ ਉਹ ਇੰਨੀ ਜ਼ਿਆਦਾ ਅੱਛੀ ਨਹੀਂ ਹੁੰਦੀ ਐਜ਼ ਕੰਪੇਅਰ ਟੂ ਆਇਲ। ਨੈਕਸਟ ਆ ਜਾਂਦਾ ਦਾ ਏਅਰ ਬਲਾਸਟ ਸਰਕਟ ਬ੍ਰੇਕਰ ਆਰ ਵੈਰੀ ਸੈਂਸਿਟਿਵ ਦ ਵੇਰੀਏਸ਼ਨ ਆਫ ਰੇਟ ਆਫ ਰੀਸਟ੍ਰਾਈਕਿੰਗ ਵੋਲਟੇਜ। ਯਾਨੀ ਕਿ ਇਹ ਕੀ ਆ ਜ਼ਿਆਦਾ ਸੈਂਸਿਟਿਵ ਹੋਣ ਦੇ ਕਰਕੇ ਕੀ ਹੈ ਬਾਰ ਬਾਰ ਆਪਣੇ ਆਪ ਹੀ ਆਪਰੇਟ ਹੋਈ ਜਾਣਗੇ।
ਰੀਸਟ੍ਰਾਈਕ ਵੋਲਟੇਜ ਤੋਂ ਬੜੇ ਰਾਈਜ਼ ਆਫ ਰੀਸਟ੍ਰਾਈਕਿੰਗ ਵੋਲਟੇਜ ਤੋਂ ਕੀ ਆ ਇਹ ਬੜੇ ਸੈਂਸਿਟਿਵ ਹੁੰਦੇ ਜਿਹਦੇ ਕਰਕੇ ਬਾਰ-ਬਾਰ ਆਪਰੇਟ ਹੋਣਗੇ। ਨੈਕਸਟ ਕੀ ਕੋਸਟ ਐਂਡ ਮੇਨਟੇਨੈਂਸ ਆਫ variable ਸਰਕਟ ਬ੍ਰੇਕਰ ਇਜ਼ ਹਾਈ ਬਿਕੋਜ਼ ਆਫ ਐਡੀਸ਼ਨਲ ਕੰਪਰੈਸਰ ਚੈਂਬਰ ਇਜ਼ ਰਿਕੁਆਇਰਡ ਟੂ ਕੰਪਰੈਸ ਦਾ 에ਅਰ। ਦੇਖੋ ਆਪਾਂ ਨੂੰ 에ਅਰ ਜਿਹੜੀ ਆ ਇਹਨੂੰ ਆਪਾਂ ਸਿੱਧਾ ਹੀ ਹਵਾ 'ਚ ਲੈ ਕੇ ਤਾਂ ਆਪਾਂ ਜਿਹੜਾ ਉੱਤੇ ਕੰਟੈਕਟ ਦੇ ਉੱਪਰ ਨਹੀਂ ਸਿੱਟ ਸਕਦੇ, ਠੀਕ ਆ। ਆਪਾਂ ਨੂੰ ਕੰਪਰੈਸਡ 에ਅਰ ਚਾਹੀਦੀ ਆ। ਸੋ ਜੇ ਆਪਾਂ ਨੂੰ 에ਅਰ ਕੰਪਰੈਸਡ ਚਾਹੀਦੀ ਆ, ਆਪਾਂ ਨੂੰ ਜਿਹੜਾ ਉਹਦਾ ਪ੍ਰੈਸ਼ਰ ਆ ਇੰਨਾ ਚਾਹੀਦਾ ਹੈ 18 ਤੋਂ 20 kg/cm²। ਸੋ ਉਹਦੇ ਵਾਸਤੇ ਆਪਾਂ ਨੂੰ ਸਪੈਸ਼ਲੀ ਕੰਪਰੈਸ਼ਰ ਚੈਂਬਰ ਲਾਉਣਾ ਪੈਣਾ। ਸੋ ਜੇ ਆਪਾਂ ਕੰਪਰੈਸ਼ਰ ਚੈਂਬਰ ਲਗਾ ਰਹੇ ਹਾਂ ਤਾਂ ਓਵਰਆਲ ਜਿਹੜੀ ਕਾਸਟ ਆ ਉਹ ਵੀ ਇਨਕਰੀਜ਼ ਹੋ ਜਾਣੀ ਆ, ਅਤੇ ਕੰਪਰੈਸ਼ਰ ਚੈਂਬਰ ਦੇ ਲੱਗਣ ਦੇ ਨਾਲ ਆਪਾਂ ਨੂੰ ਕੀ ਆ ਮੇਨਟੇਨੈਂਸ ਵੀ ਵੱਧ ਕਰਨੀ ਪੈਣੀ, ਕਿਉਂਕਿ ਪਹਿਲਾਂ ਤਾਂ ਇਕੱਲੇ ਇਹ ਬਲਾਸਟ ਸਰਕਟ ਬ੍ਰੇਕਰ ਦੀ ਆਪਾਂ ਮੇਨਟੇਨੈਂਸ ਕਰਨੀ ਸੀ, ਹੁਣ ਆਪਾਂ ਨੂੰ ਨਾਲ ਉਹਦਾ ਜਿਹੜਾ ਕੰਪਰੈਸ਼ਰ ਚੈਂਬਰ ਆ ਉਹਦੀ ਵੀ ਮੇਨਟੇਨੈਂਸ ਕਰਨੀ ਪੈਣੀ ਆ। ਸੋ ਮੇਨਟੇਨੈਂਸ ਅਤੇ ਕਾਸਟ ਦੋਨੋਂ ਇਨਕਰੀਜ਼ ਹੋ ਗਈਆਂ ਆਪਣੀਆਂ ਇਸ ਕੇਸ 'ਚ। ਹੁਣ ਆਪਣੇ ਕੋਲ ਆ ਜਾਂਦਾ ਟਾਈਪਸ ਆਫ 에ਅਰ ਬਲਾਸਟ ਸਰਕਟ ਬ੍ਰੇਕਰ, ਯਾਨੀ ਕਿ 에ਅਰ ਬਲਾਸਟ ਸਰਕਟ ਬ੍ਰੇਕਰ ਜਿਹੜੇ ਆ ਉਹ ਕਿੰਨੇ ਤਰ੍ਹਾਂ ਦੇ ਹੁੰਦੇ ਆ। ਸੋ ਡਿਪੈਂਡਿੰਗ ਅਪੋਨ ਦਾ ਡਾਇਰੈਕਸ਼ਨ ਆਫ 에ਅਰ ਬਲਾਸਟ ਇਨ ਰਿਲੇਸ਼ਨ ਟੂ ਦਾ ਆਰਕ, ਯਾਨੀ ਕਿ ਆਪਾਂ ਜਿਹੜਾ ਕੰਟੈਕਟ ਆ ਉਹਨਾਂ ਦੇ ਉੱਪਰ 에ਅਰ ਨੂੰ ਕਿੱਦਾਂ ਫਲੋ ਕਰਵਾ ਰਹੇ ਹਾਂ, ਕਿੱਦਾਂ ਉਹਦਾ ਬਲਾਸਟ ਕਰ ਰਹੇ ਹਾਂ, ਉਹਦੇ ਅਕੋਰਡਿੰਗ ਹੀ ਆਪਾਂ ਕੀ ਆ ਸਰਕਟ ਬ੍ਰੇਕਰ ਨੂੰ ਅਲੱਗ-ਅਲੱਗ ਟਾਈਪਸ ਦੇ ਵਿੱਚ ਕੀ ਆ ਡਿਫਰੈਂਸ਼ੀਏਟ ਕੀਤਾ ਹੋਇਆ ਆ। ਸਭ ਤੋਂ ਫਸਟ ਮੇਰੇ ਕੋਲ ਟਾਈਪ ਆ ਜਾਂਦੀ ਆ ਐਕਸਲ ਬਲਾਸਟ ਸਰਕਟ ਬ੍ਰੇਕਰ। ਸੋ in axial blast circuit breaker in which the air blast is directed along the path as shown in figure 1। देखो फर्स्ट फिगर च की आ फिक्स्ड कॉन्टैक्ट है, एक मूविंग कॉन्टैक्ट आ। एक्सल ब्लास्ट च की होगा along the arc मेरे को की मैं ब्लास्ट करवाऊँगा, ठीक है। along the arc की मैं ये ब्लास्ट करवाऊँगा, यानी कि कॉन्टैक्ट के बिल्कुल नाल ही मेरी जी आर्क प्रोड्यूस हुई है, इत्थे आर्क प्रोड्यूस होनी है, इत्थे कॉन्टैक्ट के नाल मैं एयर का की ब्लास्ट कर देना। सैकेंड है क्रॉस ब्लास्ट सर्किट ब्रेकर इन विच द एयर ब्लास्ट इज डायरैक्टेड एट राइट एंगल टू द आर्क पाथ। सो क्रॉस नाम तो पता लग क्रॉस, ठीक है। सो जिद्दर कंटैक्ट अपने ओपन होंगे उस तो ऑपोजिट डायरैक्शन के आप की करना एक एयर का ब्लास्ट करवा देना। सो इत्थे की कीता क्रॉस आ देखो क्रॉस दोनों कंटैक्ट से की आ क्रॉस जो आप एयर का ब्लास्ट करवाया। नैक्सट है द रेडियल ब्लास्ट सर्किट ब्रेकर इन विच द एयर ब्लास्ट इज डायरैक्ट रेडियली। सो ये की होना देखो एक फिक्सड कॉन्टैक्ट है, एक मूविंग कॉन्टैक्ट है। ये आप की चारों पासों एयर का ब्लास्ट करवाता, ठीक है। सो इस करके आप कहने भी ये रेडियली ब्लास्ट सर्किट ब्रेकर आ। सो जिहदे विच अपना की होगा आप अलॉन्ग दी लेंथ जिहड़ा आ उहनूं एयर का ब्लास्ट करावांगे, वो एक्सल ब्लास्ट हो गया। जिहदे विच आपां कॉन्टैक्ट जिदों नूं ओपन हुंदे तो ओपोजिट डायरैक्शन तो आपां ब्लास्ट करावांगे, वो क्रॉस ब्लास्ट हो गया। तो जिहदे विच आपां चारों डायरैक्शन चों उहनूं जिहड़ा आ एयर का ब्लास्ट करावांगे तो वो होगा रेडियल ब्लास्ट सर्किट ब्रेकर। सो आ देखो ये दो मेरे को सर्किट ब्रेकर के डायग्राम है, इत्थे एक एक्सल ब्लास्ट का तो एक क्रॉस ब्लास्ट का। हुण एक्सल ब्लास्ट के की सीगा अलॉन्ग द लेंथ ऑफ आर्क आपां की करदे सीगे ब्लास्ट करवाउंदे सी। सो हुण देखो ये भी की होगा फिक्सड कॉन्टैक्ट एक आम मूविंग कॉन्टैक्ट आ, ठीक है। आर्किंग चैंबर आ, एयर वॉल्व आ ते एयर रेजरवायर है। इत्थों आपां की करना जां एयर इत्थे कंप्रैशर भी इत्थे लगा होगा, इत्थों आपां की करदे एयर जिहड़ी आ इत्थे भेजदे आ। सो ये जदों कॉन्टैक्ट अलग होणगे एक दूजे तो आ देखो जिहड़ी मेरी आर्क प्रोड्यूस होनी है, ਉਹਦੇ अलॉन्ग ही मेरे को की होना इत्थे ਜਿਹੜਾ एयर ਦਾ ਉਹ ब्लास्ट होना, ठीक है। ਇੱਥੇ आर्क प्रोड्यूस हुई ना, दोनों कॉन्टैक्ट अलग होए ਤਾਂ देखो आर्क ਦੇ अलॉन्ग ही मैं की ਕੀਤਾ ब्लास्ट करवाता, ਜਿਹਦੇ ਕਰਕੇ आर्क खत्म हो जानी है। सैकेंड मेरे को आ गया क्रॉस ब्लास्ट सर्किट ब्रेकर। क्रॉस ब्लास्ट की सी आपां कॉन्टैक्ट के क्रॉस जिहड़ा ब्लास्ट करवाया। सो इत्थे भी देखो की होना आ मेरे को की आ फिक्सड कॉन्टैक्ट आ मेरे को की आ मूविंग कॉन्टैक्ट आ, ठीक है। ये इंपॉर्टेंट है, इसका डायग्राम जरूर बना लियो सारे। क्रॉस ब्लास्ट सर्किट ब्रेकर जिहड़ा है इंपॉर्टेंट है, एग्जाम पॉइंट ऑफ व्यू तो भी देखिए इंपॉर्टेंट है, एग्जाम के भी क्वेश्चन पूछ लेंगे। सो जे कंस्ट्रक्शन की गल करिए आपां तां इहदे विच देखो एक मेरे को फिक्सड कॉन्टैक्ट आ, एक मेरे को की आ मूविंग कॉन्टैक्ट। ये दो चीज़ां तो होनियां ही होनियां हमेशा हर सर्किट ब्रेकर दे विच होनियां ही। जिहड़ा फिक्सड कॉन्टैक्ट हुंदा ना, इहदा कॉन्टैक्ट एरिया देखो घट करने वास्ते आपां की करदे आ, इहदी उपर वाली टिप जिहड़ी हुंदी इहनूं कनैक्ट करदे आ, क्योंकि कॉन्टैक्ट एरिया घट होगा तो आर्क घट प्रोड्यूस होगी। ये आपां पहलां भी पढ़िया सी, पिछे भी पिछले टॉपिक्स दे विच पढ़िया सीगा कि कॉन्टैक्ट एरिया घट होगा तो आर्क जिहड़ी होगी घट प्रोड्यूस होगी। इस करके आ देखो इत्थे भी आपां डायग्राम 'च भी घट कॉन्टैक्ट एरिया शो कीता होया, ना कि पूरा जुड़िया होया, सिर्फ टिप जुड़ी हुई है। सो इस तो बाद मेरे को थ्रेडी साइड जी है इतों एयर का फ्लू आ, ठीक है। ये नाल ही आ चीज़ कनैक्ट होगी एयर वॉल्व तो एयर रेजरवायर, जितों आप रेजरवायर तो एयर चकते हैं तो वॉल्व के थ्रू प्रैशर आप कंट्रोल करते हैं, वो चीज़ इतने थले लगी होगी। दैन मेरे को इतने आ गए आ इतने आर्क प्रोड्यूस होनी इस पॉइंट से अगे मेरे को आ गया आर्क सप्लिटर। सो इतने आप की किया आर्क सप्लिटिंग ऑफ आर्क जो आप मैथड यूज़ किया आर्क को एक्सटिंग्विश करने वास्ते, जिहदे विच की होया आर्क अलग अलग हिस्सों के सप्लिट हो गई है। देखो इतने की किया
ਆਰਕ ਜਿਹੜੀ ਹੈ ਇੱਥੇ ਕਿੰਨੇ ਹਿੱਸਿਆਂ 'ਚ 5 ਹਿੱਸਿਆਂ ਦੇ ਵਿੱਚ ਆਪਾਂ ਡਿਵਾਈਡ ਕਰਤੀ ਆ। ਸੋ ਆਰਕ ਸਪਲਿਟਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਹ ਆਪਾਂ ਸੇਮ ਹੀ ਜਿਹੜਾ ਹੈ MCB ਦੇ ਵਿੱਚ ਵੀ ਆਪਾਂ ਯੂਜ਼ ਕਰਦੇ ਹਾਂ ਆਰਕ ਸਪਲਿਟਰ ਨੂੰ। ਸੋ ਇਹਦੀ ਵਰਕਿੰਗ ਕਿੱਦਾਂ ਹੋਣੀ ਆ, ਜਦੋਂ ਵੀ ਮੇਰੇ ਕੋਲ ਫਾਲਟ ਆਇਆ ਜਿਹੜਾ ਓਪਨਿੰਗ ਕੰਟੈਕਟ ਆ ਅੱਗੇ ਟ੍ਰਿਪ ਕੋਇਲ ਦੇ ਨਾਲ ਕਨੈਕਟਡ ਹੋਣਾ, ਜਿਹਨੇ ਕੀ ਕਰਨਾ ਇਹਨੂੰ ਮੂਵ ਕਰਨਾ, ਟ੍ਰਿਪ ਕੋਇਲ ਹੀ ਪਲੰਜਰ ਨੂੰ ਮੂਵ ਕਰਵਾਉਂਦਾ। ਇਹ ਤੁਹਾਨੂੰ ਮੈਂ ਪਹਿਲੇ ਜਦੋਂ ਆਪਾਂ ਸਵਿਚ ਗੇਅਰ ਦੀ ਅਸੈਂਬਲੀ ਦੇਖੀ ਸੀਗੀ ਸਭ ਤੋਂ ਫਸਟ ਲੈਕਚਰ ਸਵਿਚ ਗੇਅਰ ਦਾ, ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿੱਦਾਂ ਜਿਹੜਾ ਹੁੰਦਾ ਆਪਣਾ ਜਿਹੜਾ ਓਵਰਆਲ ਜਿਹੜਾ ਆਪਣਾ ਸਵਿਚ ਗੇਅਰ ਹੁੰਦਾ ਉਹ ਕੰਮ ਕਰਦਾ। ਉਹਦੇ ਵਿੱਚ ਤੁਹਾਨੂੰ ਇਹ ਵੀ ਚੀਜ਼ ਦਾ ਪਤਾ ਲੱਗ ਜਾਣਾ, ਉਹਨੂੰ ਇੱਕ ਵਾਰ ਦੁਬਾਰਾ ਰੀਡ ਕਰ ਲਿਓ ਕਿ ਇਹ ਓਪਨ ਹੁੰਦਾ ਕਿੱਦਾਂ ਹੈ, ਠੀਕ ਆ। ਉਹ ਟ੍ਰਿਪ ਕੋਇਲ ਨਾਲ ਕਨੈਕਟਡ ਹੁੰਦਾ ਇਹ, ਅਤੇ ਜਦੋਂ ਆਪਣੀ ਟ੍ਰਿਪ ਕੋਇਲ ਆਪਰੇਟ ਹੁੰਦੀ ਤਾਂ ਨਾਲ ਹੀ ਇਹ ਵੀ ਕੀ ਹੁੰਦਾ ਮੂਵ ਹੋ ਜਾਂਦਾ। ਸੋ ਇਹ ਇੱਧਰਲੇ ਪਾਸੇ ਓਪਨਿੰਗ ਹੁੰਦੀ ਲੈਫਟ ਸਾਈਡ ਨੂੰ, ਜਦੋਂ ਕੰਟੈਕਟ ਅਲੱਗ ਹੋਏ ਤੇ ਆਰਕ ਪ੍ਰੋਡਿਊਸ ਹੋਈ, ਠੀਕ ਆ। ਜਦੋਂ ਆਰਕ ਪ੍ਰੋਡਿਊਸ ਹੋਈ ਨਾਲ ਹੀ ਆਪਾਂ ਕੀ ਕੀਤਾ, ਏਅਰ ਦਾ ਥੱਲੇ ਬਲਾਸਟ ਕਰਵਾ ਦਿੱਤਾ। ਸੋ ਏਅਰ ਦਾ ਬਲਾਸਟ ਜਦੋਂ ਆਪਾਂ ਕਰਵਾਇਆ, ਇਹ ਹੁਣ ਕ੍ਰੋਸਡ ਬਲਾਸਟ ਆ ਨਾ ਸਰਕਟ ਬ੍ਰੇਕਰ, ਕ੍ਰੋਸ ਬਲਾਸਟ ਤੁਹਾਨੂੰ ਕੀ ਦੱਸਿਆ ਸੀ, ਜਿੱਧਰ ਨੂੰ ਓਪਨਿੰਗ ਆ ਉਹ ਤੋਂ ਆਪੋਜ਼ਿਟ ਡਾਇਰੈਕਸ਼ਨ 'ਚੋਂ ਆਪਾਂ ਏਅਰ ਨੂੰ ਜਿਹੜਾ ਕੀ ਕਰਨਾ ਬਲਾਸਟ ਕਰਵਾਉਣਾ। ਜਿੱਦਾਂ ਆ ਦੇਖੋ ਆਹ ਕੰਟੈਕਟ ਦੀ ਓਪਨਿੰਗ ਆ ਆਪਣੇ ਕੋਲ, ਅਲੋਂਗ ਦਾ ਲੈਂਥ ਨਹੀਂ ਜਾਣਾ, ਆਪਾਂ ਕ੍ਰੋਸ ਜਿਹੜਾ ਆ ਬਲਾਸਟ ਕਰਵਾ ਦੇਣਾ। ਸੋ ਇੱਥੇ ਵੀ ਦੇਖੋ ਕੰਟੈਕਟ ਇੱਕ ਦੂਜੇ ਤੋਂ ਓਪਨ ਹੋਏ ਆ ਅਤੇ ਆਪਾਂ ਕੀ ਕੀਤਾ ਥੱਲਿਓਂ ਦੀ ਬਲਾਸਟ ਕਰਵਾਇਆ ਏਅਰ ਦਾ। ਹੁਣ ਜਦੋਂ ਥੱਲਿਓਂ ਆਪਾਂ ਏਅਰ ਦਾ ਬਲਾਸਟ ਕਰਵਾਇਆ ਤਾਂ ਆਰਕ ਜਿਹੜੀ ਆ ਓਬਵੀਅਸਲੀ ਗੱਲ ਉੱਪਰ ਨੂੰ ਜਾਣੀ ਆ, ਠੀਕ ਆ। ਆਰਕ ਉੱਪਰ ਨੂੰ ਜਾਣੀ, ਉੱਪਰ ਆਪਾਂ ਕੀ ਕੀਤਾ ਆਰਕ ਸਪਲਿਟਰ ਲਾਇਆ। ਸੋ ਜਦੋਂ ਇੱਥੇ ਆਰਕ ਪ੍ਰੋਡਿਊਸ ਹੋਈ ਉਹ ਆਰਕ ਉੱਪਰ ਨੂੰ ਗਈ ਤਾਂ ਆਰਕ ਸਪਲਿਟਰ ਨੇ ਉਹ ਆਰਕ ਨੂੰ ਅਲੱਗ-ਅਲੱਗ ਹਿੱਸਿਆਂ 'ਚ ਡਿਵਾਈਡ ਕਰਤਾ। ਅਲੱਗ-ਅਲੱਗ ਹਿੱਸਿਆਂ 'ਚ ਡਿਵਾਈਡ ਹੋਣ ਕਰਕੇ ਕੀ ਹੋਇਆ, ਜਿਹੜੀ ਮੇਰੀ ਆਰਕ ਸੀਗੀ ਉੱਥੋਂ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ। ਸੋ ਇੱਦਾਂ ਜਿਹੜਾ ਸੀਗਾ ਮੇਰਾ ਕ੍ਰੋਸ ਬਲਾਸਟ ਸਰਕਟ ਬ੍ਰੇਕਰ ਜਿਹੜਾ ਇਹ ਕੰਮ ਕਰਦਾ। ਸੋ ਇਹ 3 ਤਰ੍ਹਾਂ ਦੇ ਹੁੰਦੇ ਆ ਆਪਣੇ, ਮੇਨ ਆਪਾਂ 2 ਹੀ ਸਟੱਡੀ ਕਰਨੇ ਆ ਇਹਦੇ ਵਿੱਚ। ਸਭ ਤੋਂ ਮੇਨ ਜਿਹੜਾ ਤੁਸੀਂ ਜਿੱਥੇ ਜ਼ਿਆਦਾ ਜ਼ੋਰ ਦੇਣਾ ਕ੍ਰੋਸ ਬਲਾਸਟ ਸਰਕਟ ਬ੍ਰੇਕਰ ਆ, ਠੀਕ ਆ। ਇਹ ਚੰਗੀ ਤਰ੍ਹਾਂ ਆਪਣਾ ਕਰ ਲੈਣਾ ਸਟੱਡੀ ਤੁਸੀਂ, ਇਹਦੇ ਨੋਟਸ ਵੀ ਜ਼ਰੂਰ ਬਣਾਉਣੇ ਆ ਕ੍ਰੋਸ ਬਲਾਸਟ ਸਰਕਟ ਬ੍ਰੇਕਰ ਦੇ, ਜਿੱਦਾਂ ਵੀ ਦੱਸਿਆ ਦੁਬਾਰਾ ਵੀ ਦੱਸ ਦਿੰਦਾ ਮੈਂ, ਕੋਈ ਇਸ਼ੂ ਨਹੀਂ ਆ। ਕਿ ਸਿੰਪਲ, ਬਹੁਤ ਹੀ ਸਿੰਪਲ ਜੀ ਵਰਕਿੰਗ ਆ। ਫਿਕਸ ਤੇ ਮੂਵਿੰਗ ਕੰਟੈਕਟ ਤਾਂ ਆਪਣੇ ਕੋਲ ਹੋਣੇ ਹੀ ਆ। ਜਦੋਂ ਕੰਟੈਕਟ ਅਲੱਗ ਹੋਏ ਆਰਕ ਪ੍ਰੋਡਿਊਸ ਹੋਈ, ਉਸੇ ਟਾਈਮ 'ਤੇ ਕੀ ਕਰਨਾ, ਆਪਣਾ ਜਿਹੜਾ ਮੇਨ ਥੱਲੇ ਵਾਲਾ ਜਿਹੜਾ ਹੈਗਾ ਇਹਦਾ ਹਿੱਸਾ, ਜਿਹੜਾ ਏਅਰ ਰੈਜ਼ਰਵਾਇਰ ਹੈ, ਇਹਨੇ ਕੰਮ 'ਚ ਆਉਣਾ, ਜਿੱਥੋਂ ਆਪਾਂ ਕੀ ਕਰਨਾ ਇਹ ਵਾਲਵ ਦੇ ਥਰੂ ਜਿਹੜਾ ਪ੍ਰੈਸ਼ਰ ਕੰਟਰੋਲ ਕਰਦੇ ਏਅਰ ਦਾ, ਅਤੇ ਹਾਈ ਪ੍ਰੈਸ਼ਰ 'ਤੇ ਆਪਾਂ ਏਅਰ ਨੂੰ ਸਟਰਾਈਕ ਕਰਵਾਇਆ ਕ੍ਰੋਸ, ਨਾਮ ਕੀ ਕ੍ਰੋਸ ਬਲਾਸਟ। ਸੋ ਕ੍ਰੋਸ ਆਪਾਂ ਕੀ ਕੀਤਾ, ਕੰਟੈਕਟ ਦੇ ਕ੍ਰੋਸ ਆਪਾਂ ਕੀਤਾ, ਏਅਰ ਦਾ ਬਲਾਸਟ ਕਰਵਾਇਆ। ਹੁਣ ਉੱਪਰ ਨੂੰ ਬਲਾਸਟ ਜਾ ਰਿਹਾ ਤਾਂ ਜਿਹੜੀ ਇੱਥੇ ਆਰਕ ਪ੍ਰੋਡਿਊਸ ਹੋਣੀ ਆ ਉਹਨੂੰ ਵੀ ਏਅਰ ਬਲਾਸਟ ਨੇ ਕੀ ਕਰਨਾ, ਆਪਣੇ ਨਾਲ ਉੱਪਰ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਨੀ ਆ। ਸੋ ਜਦੋਂ ਇਹ ਜਿਹੜੀ ਆਪਣਾ ਆਰਕ ਉੱਪਰ ਨੂੰ ਗਈ, ਉੱਪਰ ਆਰਕ ਸਪਲਿਟਰ ਲੱਗਾ ਹੈ, ਆਰਕ ਸਪਲਿਟਰ ਨੇ ਕੀ ਕੀਤਾ, ਆਰਕ ਨੂੰ ਅੱਗੇ ਕਾਫੀ ਹਿੱਸਿਆਂ 'ਚ ਡਿਵਾਈਡ ਕਰਤਾ। ਸੋ ਆਰਕ ਡਿਵਾਈਡ ਹੋ ਗਈ, ਜਿਹਦੇ ਕਰਕੇ ਆਰਕ ਮੇਰੀ ਉੱਥੇ ਕੀ ਖਤਮ ਹੋ ਗਈ, ਠੀਕ ਆ। ਸੋ ਅੱਜ ਆਪਾਂ ਕੀ ਕੀਤਾ, ਏਅਰ ਬਲਾਸਟ ਸਰਕਟ ਬ੍ਰੇਕਰ ਨੂੰ ਸਟੱਡੀ ਕੀਤਾ। ਸੋ ਇਹਦੇ ਵੀ ਤੁਸੀਂ ਜ਼ਰੂਰ ਨੋਟਸ ਵਗੈਰਾ ਨਾਲ ਦੀ ਨਾਲ ਬਣਾ ਲੈਣੇ ਆ। ਜੇ ਕੋਈ ਵੀ ਕੁਐਸਚਨ ਹੋਇਆ ਤਾਂ ਮੈਨੂੰ ਪੁੱਛ ਲਿਓ। ਥੈਂਕ ਯੂ।